have to take it further. We have to build it, and we have to build it with the cooperation of my team here in the DC office. So first ring is that my own team is my part of I when I say I, and it becomes we when we go towards the other side. ਜਦੋਂ ਤੁਹਾਡੇ ਸਾਰਿਆਂ ਦਾ ਸਾਥ ਹੋਊਗਾ ਜਾਂ ਜ਼ਿਲ੍ਹਾ ਨਿਵਾਸੀਆਂ ਦਾ ਸਾਰਿਆਂ ਦਾ ਸਾਥ ਹੋਊਗਾ ਤਾਂ ਇਹ ਵੀ ਟੀਮ ਬਣ ਜਾਂਦੀ ਹੈ। ਇਸ਼ੂਜ਼ ਕਈ ਹੈਗੇ ਆ, ਉਹ ਡਿਟੇਲ ਜਿਸ ਗੱਲ ਕਰਾਂਗੇ ਤਾਂ ਬਹੁਤ ਲੰਬੀ ਗੱਲ ਹੈ, ਪਰ ਜਿਹੜਾ ਮੁੱਖ ਜੇ ਆਪਾਂ ਬਰੋਡਲੀ ਗੱਲ ਕਰੀਏ ਤਾਂ ਜੋ ਸਰਕਾਰ ਵੱਲੋਂ ਸਾਨੂੰ ਮੈਂਡੇਟ ਵੀ ਹੋਇਆ ਕਿ ਸਭ ਤੋਂ ਪਹਿਲਾਂ ਇਹ ਹੈ ਕਿ ਪਬਲਿਕ ਦੇ ਕੰਮ ਨੂੰ ਪਹਿਲ ਦੇਣੀ ਹੈ। ਨਾਓ ਇਟ ਹੈਜ਼ ਟੂ ਬੀ ਪੀਪਲ ਸੈਂਟਰਿਕ ਵਰਕ, ਕਿ ਲੋਕਾਂ ਦਾ ਕੰਮ ਮਿਨੀਮਮ ਹੈਜ਼ਲ ਨਾਲ, ਕਰਪਸ਼ਨ ਫਰੀ ਤਰੀਕੇ ਨਾਲ, ਬਿਨਾਂ ਕਿਸੇ ਕਹਿ ਲਓ ਵੀ ਖੱਜਲ ਖੁਆਰੀ ਤੋਂ ਬਿਨਾਂ ਉਹਨੂੰ ਆਪਾਂ ਕਿਸ ਤਰ੍ਹਾਂ ਨੇਪਰੇ ਚਾੜਨਾ। ਜਿਹੜੀਆਂ ਟਾਈਮਲਾਈਨਸ ਦਿੱਤੀਆਂ ਹੋਈਆਂ ਪਬਲਿਕ ਸਰਵਿਸ ਦੀਆਂ, ਉਹ ਟਾਈਮਲਾਈਨਸ ਦੇ ਵਿੱਚ ਅਸੀਂ ਕੰਮ ਨੂੰ ਮੁਕੰਮਲ ਕਰਨ ਵਾਸਤੇ ਉਹ ਤਰਜੀਹ ਰਹੇਗੀ ਸਾਡੀ ਕਿ ਲੋਕਾਂ ਨੂੰ ਬਾਰ-ਬਾਰ ਗੇੜੇ ਨਾ ਮਾਰਨੇ ਪੈਣ ਅਤੇ ਕੰਮ ਉਹਨਾਂ ਦਾ ਜੋ ਰਿਕੁਆਇਰਮੈਂਟ ਹੈਗੀ ਆ ਉਹ ਇੱਕੋ ਵਾਰੀ 'ਚ ਨੋਟ ਕਰਕੇ ਅਤੇ ਪਹਿਲੀ ਵਾਰੀ 'ਚ ਹੀ ਉਹਨਾਂ ਦਾ ਕੰਮ ਤਸੱਲੀ ਬਖਸ਼ ਤਰੀਕੇ ਨਾਲ ਤਸੱਲੀ ਕਰਾ ਕੇ ਉਹਨਾਂ ਦਾ ਕੰਮ ਕੰਪਲੀਟ ਕਰਾਇਆ ਜਾਏ। ਸੋ ਪਬਲਿਕ ਸਰਵਿਸ ਡਿਲੀਵਰੀ ਦੇ ਵਿੱਚ ਅਸੀਂ ਜੋ ਇਹਦੇ ਆਲਰੇਡੀ ਸੁਵਿਧਾ ਦੇ ਜਿਹੜੇ ਟਾਈਮਿੰਗਸ ਹੈਗੇ ਆ ਉਹ ਇਨਕਰੀਜ਼ ਵੀ ਹੋ ਗਏ ਆ, ਔਰ 7 ਦਿਨ ਸੁਵਿਧਾ ਕੰਮ ਕਰੇਗੀ। ਸੋ ਉਹਦੇ ਵਾਸਤੇ ਹਾਲੇ ਅਸੈਸ ਕਰ ਰਹੇ ਹਾਂ ਅਸੀਂ ਰਿਸੋਰਸਿਸ ਜੇ ਹੋਰ ਇਨਕਰੀਜ਼ ਕਰ ਰਹੇ ਹਾਂ, ਮੈਨ ਪਾਵਰ ਜਾਂ ਹੋਰ ਰਿਸੋਰਸਿਸ। ਸੋ ਉਹਦੇ ਵਿੱਚ ਅਸੀਂ ਜੋ ਗੈਪਸ ਹੈ ਉਹ ਵੀ ਪੂਰੇ ਕਰਕੇ ਉਹਨੂੰ ਅਸੀਂ ਪਬਲਿਕ ਸਰਵਿਸ ਡਿਲੀਵਰੀ ਨੂੰ ਇੱਕ ਐਫੀਸ਼ੀਐਂਟ ਮਾਡਲ ਦੇ ਤੌਰ 'ਤੇ ਅਸੀਂ ਪ੍ਰੈਜ਼ੈਂਟ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਲੋਕਾਂ ਨੂੰ ਜ਼ਿਆਦਾ ਖੱਜਲ ਖੁਆਰੀ, ਜ਼ਿਆਦਾ ਟਾਈਮ ਦੀ ਵੇਸਟੇਜ ਨਾ ਹੋਏ। ਅਤੇ ਜਿਹੜਾ 7 ਦਿਨ ਕਰਨ ਦਾ ਮੰਤਵ ਇਹ ਸੀ ਕਿ ਕਿਸੇ ਨੂੰ ਛੁੱਟੀ ਨਾ ਲੈਣੀ ਪਵੇ। ਜੇ ਕੰਮ ਕਰਨਾ ਤਾਂ ਸ਼ਨੀ ਐਤਵਾਰ ਵੀ ਕੰਮ ਹੋ ਜਾਵੇ, ਸਵੇਰੇ 8 ਵਜੇ ਤੋਂ ਲੈ ਕੇ ਸ਼ਾਮ 6 ਵਜੇ ਤੱਕ ਹੈ, ਤੁਸੀਂ ਆਪਦਾ ਦਫ਼ਤਰੀ ਕੰਮ ਮੁਕਾ ਕੇ ਉਸ ਤੋਂ ਬਾਅਦ ਆ ਕੇ ਵੀ ਆਪਣਾ ਕੰਮ ਕਰਾ ਸਕੋ। ਸੋ ਟਾਈਮ ਵਧਾਉਣ ਨਾਲ ਆਈ ਥਿੰਕ ਇਹ ਕਾਫੀ ਪ੍ਰੋਬਲਮ ਲੋਕਾਂ ਦੀ ਹੱਲ ਹੋ ਜਾਏਗੀ ਕਿ ਛੁੱਟੀ ਲੈਣ ਦੀ ਲੋੜ ਨਹੀਂ ਪਏਗੀ ਜੇ ਕੰਮ ਕਰਾਉਣਾ। ਟਾਈਮ ਮੈਨੇਜਮੈਂਟ ਐਂਡ ਪੰਕਚੁਅਲਿਟੀ ਸਾਡਾ ਦੂਸਰਾ ਫੋਕਸ ਰਹੇਗਾ ਕਿ ਸਾਰੇ ਦਫ਼ਤਰ ਜਿਹੜੇ ਉਹ ਦਿੱਤੇ ਟਾਈਮ ਦੇ ਹਿਸਾਬ ਨਾਲ ਸਮੇਂ ਸਿਰ ਆਪਣਾ ਕੰਮ ਸ਼ੁਰੂ ਕਰਨ ਤਾਂ ਕਿ ਐਫੀਸ਼ੀਐਂਟਲੀ ਅਸੀਂ ਕੰਮ ਨੂੰ ਟਾਈਮ ਸਿਰ ਲੋਕਾਂ ਨੂੰ ਸਮੇਂ ਸਿਰ ਮੁਹੱਈਆ ਕਰਾ ਸਕੀਏ ਸਾਰੀਆਂ ਫੈਸਿਲਿਟੀਆਂ। ਪਹਿਲਾ ਮੰਤਵ ਇਹ ਹੈ ਕਿ ਪੈਂਡੈਂਸੀ ਜਿਹੜੀ ਜਿੰਨੀ ਵੀ ਹੈਗੀ ਹੈ ਪਹਿਲਾਂ ਦੀ ਇਕੱਠੀ ਹੋਈ ਹੈ, ਕੁਝ ਇਲੈਕਸ਼ਨਸ ਕਰਕੇ ਵੀ ਸੀ ਪਿੱਛੇ, ਤਾਂ ਉਹ ਸਾਰੀ ਪੈਂਡੈਂਸੀ ਨੂੰ ਅਸੀਂ ਕਲੀਅਰ ਕਰਕੇ ਇਸ ਮਹੀਨੇ ਦੇ ਵਿੱਚ ਤੋਂ ਪਿਛਲੇ ਜਿਹੜਾ ਸਾਰਾ ਬੈਕਲੋਗ ਕਲੀਅਰ ਕਰ ਸਕੀਏ 1 ਮਹੀਨੇ 'ਚ, ਅਤੇ ਅੱਗੋਂ ਫਿਰ ਅਸੀਂ ਨਵੇਂ ਸਿਰੇ ਤੋਂ ਨਵੇਂ ਟਾਈਮ, ਜਿਵੇਂ ਮੈਂ ਕਿਹਾ ਕਿ ਪੂਰੇ ਟਾਈਮਲਾਈਨ ਗਿਵਨ ਟਾਈਮਲਾਈਨ ਦੇ ਵਿੱਚ ਸਾਰੀਆਂ ਅਸੀਂ ਸਹੂਲਤਾਵਾਂ ਦੇ ਪਾਈਏ। ਇਸ ਤੋਂ ਇਲਾਵਾ ਜੋ ਜ਼ਿਲ੍ਹੇ ਦਾ ਸੋਸ਼ਲ ਐਂਗਲ ਹੈ ਕਿ ਸਿਹਤ ਸੁਵਿਧਾਵਾਂ, ਸਕੂਲਾਂ ਦੇ ਵਿੱਚ ਬੱਚਿਆਂ ਦੀ ਪੜ੍ਹਾਈ, ਬੱਚਿਆਂ ਨੂੰ ਦਿੱਤੀਆਂ ਜਾਣ ਵਾਲੀਆਂ ਸੁਵਿਧਾਵਾਂ, ਸੋਸ਼ਲ ਸਿਕਿਉਰਿਟੀ ਦੇ ਐਂਗਲ ਤੋਂ ਜਿਹੜੇ ਲੋਕਾਂ ਦੇ ਕੁਝ ਕੇਸ ਜੋ ਵੀ ਬੁਢਾਪਾ ਪੈਨਸ਼ਨ ਦੇ ਜਾਂ ਬੱਚਿਆਂ ਦੇ, ਉਹ ਅਸੀਂ ਕੰਪਲੀਟ ਕਰ ਸਕੀਏ, ਕੋਈ ਬਾਹਰ ਐਂਬਿਟ ਤੋਂ ਬਾਹਰ ਨਾ ਰਹੇ। ਜਿਹੜੀ ਸਰਕਾਰੀ ਕੋਈ ਸਕੀਮ ਬਣੀ ਹੈ ਉਹਦਾ ਜਿਹੜਾ ਕੋਈ ਲਾਭਪਾਤਰੀ ਜੋ ਵੀ ਹੋਣਾ ਚਾਹੀਦਾ ਐਲੀਜੀਬਲ, ਸੋ ਉਹਨੂੰ ਅਸੀਂ ਇੱਕ ਐਕਟਿਵ ਅਤੇ ਆਊਟਰੀਚ ਤਰੀਕੇ ਨਾਲ, ਮਤਲਬ ਅਸੀਂ ਖੁਦ ਉਹਨੂੰ ਪਹੁੰਚ ਕਰਕੇ ਉਹਨੂੰ ਜਿਹੜੀ ਸੁਵਿਧਾ ਬਣਦੀ ਆ ਉਹਨੂੰ ਵਿੱਚ ਸਿਸਟਮ 'ਚ ਲਿਆਉਣ ਦੀ ਕੋਸ਼ਿਸ਼ ਕਰਾਂਗੇ। ਇਹ ਨਹੀਂ ਕਿ ਬੰਦੇ ਨੇ ਐਪਲੀਕੇਸ਼ਨ ਦੇ ਦਿੱਤੀ ਫਿਰ ਉਹਦੇ ਗੇੜੇ ਲੱਗ ਰਹੇ ਆ। ਔਨ ਦਾ ਅਦਰ ਸਾਈਡ ਸਾਡੀ ਕੋਸ਼ਿਸ਼ ਇਹ ਰਹੇਗੀ ਕਿ ਅਸੀਂ ਉਹ ਬੰਦੇ ਨੂੰ ਆਊਟਰੀਚ ਕਰਕੇ ਜਿਹੜਾ ਐਲੀਜੀਬਲ ਹੈ, ਲਾਭਪਾਤਰੀ ਹੈ ਪਰ ਸਿਸਟਮ ਦੇ ਵਿੱਚ ਨਹੀਂ ਹੈ, ਉਹਨੂੰ ਸਿਸਟਮ ਦੇ ਵਿੱਚ ਲੈ ਕੇ ਆਈਏ। ਜਿਹੜੀ ਸਕੀਮ ਦਾ ਉਹਨੂੰ ਬੈਨੀਫਿਟ ਮਿਲਣਾ ਚਾਹੀਦਾ ਸੀ ਉਹ ਬੈਨੀਫਿਟ ਅਸੀਂ ਉਹਨੂੰ ਮੁਹੱਈਆ ਕਰਾ ਸਕੀਏ। ਸਭ ਤੋਂ ਇੰਪੋਰਟੈਂਟ ਗਵਰਨਮੈਂਟ ਦੀ ਵੀ ਹੈ ਕਿ ਟਰਾਂਸਪੇਰੈਂਸੀ ਲਿਆਇਆ ਜਾਵੇ ਦਫ਼ਤਰਾਂ ਦੇ ਕੰਮਕਾਰ ਦੇ ਵਿੱਚ, ਅਤੇ ਪਾਰਦਰਸ਼ੀ ਤਰੀਕੇ ਨਾਲ ਅਤੇ ਕਰਪਸ਼ਨ ਫਰੀ ਤਰੀਕੇ ਨਾਲ ਅਸੀਂ ਸਰਵਿਸਿਜ਼ ਸਾਰੀਆਂ ਮੁਹੱਈਆ ਕਰਾਈਏ। ਸੋ ਉਹਦੇ ਉੱਤੇ ਵੀ ਸਾਡੀ ਜਿਹੜੀ ਕਾਰਗੁਜ਼ਾਰੀ ਜਾਰੀ ਰਹੇਗੀ ਕਿ ਉਹਨੂੰ ਸਹੀ ਤਰੀਕੇ ਨਾਲ ਅਸੀਂ ਮੁਕੰਮਲ ਕਰ ਸਕੀਏ। ਮੋਹਾਲੀ ਜ਼ਿਲ੍ਹੇ ਦੇ ਆਪਣੇ ਜੋ ਮੈਂ ਆਇਡੈਂਟੀਫਾਈ ਕਰਦਾ ਹਾਂ ਅਤੇ ਪਿਛਲੇ ਐਕਸਪੀਰੀਅੰਸ ਤੋਂ ਵੀ ਜੋ ਮੈਂ ਕਹਿ ਸਕਦਾ, ਚੈਲੰਜਿਸ ਬੜੇ ਡਿਫਰੈਂਟ ਆ ਦੂਸਰੇ ਜ਼ਿਲ੍ਹਿਆਂ ਨਾਲੋਂ, ਕਿਉਂਕਿ ਕਾਫੀ ਜ਼ਿਲ੍ਹਾ ਅਰਬਨਾਈਜ਼ਡ ਹੈ, ਡਿਵੈਲਪਮੈਂਟ ਬਹੁਤ ਤੇਜ਼ ਪੇਸ 'ਤੇ ਹੈ, ਅਤੇ ਉਹਦੇ 'ਚੋਂ ਜਿਹੜੇ ਡਿਵੈਲਪਮੈਂਟ ਰਿਲੇਟਿਡ ਚੈਲੰਜਿਸ ਆਉਂਦੇ ਹੈ ਉਹ ਕਾਫੀ ਜ਼ਿਆਦਾ ਹੈ। ਜਿੱਦਾਂ ਪਿੰਡਾਂ ਦੇ ਅਤੇ ਸ਼ਹਿਰਾਂ ਦਾ ਜਦੋਂ ਡਿਵੈਲਪਮੈਂਟ ਹੁੰਦੀ ਹੈ, ਜਦੋਂ ਆਪਸ 'ਚ ਪਿੰਡ ਅਤੇ ਅਰਬਨ ਏਰੀਆ ਜਦੋਂ ਜੁੜਦਾ ਹੈ ਤਾਂ ਉਹਦੇ ਵਿੱਚੋਂ ਕਈ ਤਰ੍ਹਾਂ ਦੇ ਇਸ਼ੂਜ਼ ਨਿਕਲਦੇ ਹੈ। ਸੋ ਉਹ ਇਸ਼ੂ ਵੀ ਸਾਡੀ ਪ੍ਰਾਇਓਰਟੀ ਲਿਸਟ 'ਤੇ ਰਹਿਣਗੇ, ਕਿਸ ਤਰ੍ਹਾਂ ਪਾਣੀ ਦਾ ਨਿਕਾਸ ਹੋਣਾ, ਕਿਸ ਤਰ੍ਹਾਂ ਸੀਵਰੇਜ ਦਾ ਸਿਸਟਮ ਹੈ, ਅਤੇ ਜਦੋਂ ਸ਼ਹਿਰੀ ਅਤੇ ਅਰਬਨ ਪੇਂਡੂ ਏਰੀਏ ਦੇ ਵਿੱਚ ਜਦੋਂ ਸ਼ਹਿਰ ਆ ਕੇ ਜੁੜਦਾ ਤਾਂ ਉਹਦੇ ਨਾਲ ਪੇਂਡੂ ਏਰੀਏ 'ਚ ਕਿਸ ਤਰ੍ਹਾਂ ਚੇਂਜਿਸ ਆਉਂਦੀਆਂ ਨੇ, ਉਹ ਚੈਲੰਜ ਨੂੰ ਵੀ ਅਸੀਂ ਬਖੂਬੀ ਸਮਝ ਰਹੇ ਹਾਂ ਅਤੇ ਉਹਨੂੰ ਐਡਰੈਸ ਕਰਨ ਦੀ ਕੋਸ਼ਿਸ਼ ਕਰਾਂਗੇ। ਜਿਵੇਂ ਮੁਹਾਲੀ ਇਟਸੈਲਫ ਬੜੀ ਤੇਜ਼ੀ ਨਾਲ ਡਿਵੈਲਪ ਕਰ ਰਿਹਾ, ਮੈਂ ਤਾਂ ਇਹ ਕਹੂੰਗਾ ਪੰਜਾਬ ਦੇ ਸਾਰੇ ਜ਼ਿਲ੍ਹਿਆਂ 'ਚ ਬੜੀ ਤੇਜ਼ੀ ਨਾਲ ਡਿਵੈਲਪ ਕਰ ਰਿਹਾ, ਅਤੇ ਇੱਥੇ ਉਸ ਡਿਵੈਲਪਮੈਂਟ ਦੇ ਨਾਲ ਰਿਲੇਟਿਡ ਜੋ ਵੀ
ਚੀਜ਼ਾਂ ਅਰਾਈਜ਼ ਹੋ ਰਹੀਆਂ, ਉਹ ਅਸੀਂ ਉਹਨੂੰ ਤਰਜੀਹ ਦੇ ਤੌਰ 'ਤੇ ਅਸੀਂ ਇਹਨੂੰ ਐਡਰੈਸ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਜਿਵੇਂ ਲੈਂਡ ਐਕੁਜੀਸ਼ਨ ਇਸ਼ੂਜ਼ ਵੀ ਹੈਗੇ ਆ, ਜਾਂ ਡਿਵੈਲਪਮੈਂਟ ਨਾਲ, ਜਿਵੇਂ ਮੈਂ ਪਹਿਲਾਂ ਹੀ ਕਿਹਾ, ਪਾਣੀ ਅਤੇ ਸੀਵਰੇਜ ਨਾਲ ਰਿਲੇਟਡ ਇਸ਼ੂਜ਼ ਆ, ਸੋ ਉਹ ਸਾਡੀ ਪ੍ਰਾਇੋਰਟੀ ਲਿਸਟ 'ਤੇ ਨੇ। ਦੈਨ ਮੋਹਾਲੀ ਦਾ ਜਿਹੜਾ ਰੂਪਰੇਖਾ ਹੈ, ਜਿਵੇਂ ਮੈਂ ਸਮਝਦਾ ਕਿ ਆਲੇ ਦੁਆਲੇ ਮੋਹਾਲੀ ਐਜ਼ ਅ ਇਕਨੋਮਿਕ ਹੱਬ, ਇਕੋਨਮੀ ਦੇ ਐਂਗਲ ਤੋਂ ਵੀ ਬਹੁਤ ਕੁਝ ਦੇ ਸਕਦੀ ਹੈ। ਜਿਵੇਂ ਦਿੱਲੀ ਦੇ NCR ਰੀਜਨ ਦੇ ਆਲੇ ਦੁਆਲੇ ਜੋ ਡਿਵੈਲਪਮੈਂਟ ਦੇ ਨਾਲ ਬਹੁਤ ਇਕਨੋਮਿਕ ਐਕਟੀਵਿਟੀ ਹੋਈ ਹੈ, ਅਤੇ ਬਹੁਤ ਰੈਵਨਿਊ ਉਸ ਸਿਸਟਮ 'ਚੋਂ ਆ ਰਿਹਾ। ਜਿਹੜਾ ਦਿੱਲੀ ਦੇ ਆਸ-ਪਾਸ ਦਾ ਏਰੀਆ ਵੀ ਉਹ ਬਹੁਤ ਰੈਵਨਿਊ ਜਨਰੇਟ ਕਰ ਰਿਹਾ। ਸੋ ਮੋਹਾਲੀ ਬੀਇੰਗ ਕਲੋਜ਼ਰ ਟੂ ਚੰਡੀਗੜ੍ਹ, ਸੇਮ ਵੇ ਇੱਥੇ ਬਹੁਤ ਵੱਡੀ ਮਾਰਕੀਟ ਵੀ ਹੈ। ਚੰਡੀਗੜ੍ਹ ਇਟਸੈਲਫ ਮੋਰ ਦੈਨ 1 ਮਿਲੀਅਨ ਪਾਪੂਲੇਸ਼ਨ, 1.5 ਮਿਲੀਅਨ ਪਾਪੂਲੇਸ਼ਨ ਹੈ। ਮੋਹਾਲੀ ਜ਼ਿਲ੍ਹੇ ਇਟਸੈਲਫ ਮਿਲੀਅਨ ਤੋਂ ਉੱਤੇ ਪਾਪੂਲੇਸ਼ਨ ਹੈ। ਸੋ ਟਰਾਈ ਸਿਟੀ ਦੀ ਪਾਪੂਲੇਸ਼ਨ ਇਟ ਇਜ਼ ਅ ਬਿਗ ਮਾਰਕੀਟ ਆਲਸੋ। ਅਤੇ ਉਸ ਮਾਰਕੀਟ ਦਾ ਫਾਇਦਾ ਜਿਵੇਂ ਲੈ ਸਕਦੇ ਹਾਂ ਅਸੀਂ, ਐਗਰੀਕਲਚਰ ਦਾ ਟ੍ਰੇਨਿੰਗ ਸਿਖਲਾਈ ਕੈਂਪ ਸੀ, ਉੱਥੇ ਵੀ ਆਇਡੈਂਟੀਫਾਈ ਕੀਤਾ ਕਿ ਅਲਟਰਨੇਟਿਵ ਜਿਹੜੇ ਧੰਦੇ ਹੈ ਜਾਂ ਕੰਮ ਹੈ ਅਦਰ ਦੈਨ ਐਗਰੀਕਲਚਰ, ਸੋ ਉਹਨੂੰ ਡਿਵਰਸੀਫਾਈ ਕਰਕੇ ਦੂਸਰੇ ਕੰਮਾਂ 'ਤੇ ਲੋਕਾਂ ਨੂੰ ਕਿਸ ਤਰ੍ਹਾਂ ਲੈ ਕੇ ਜਾਣਾ, ਜਾਂ ਉਹਦੇ ਵਾਸਤੇ ਕਿੱਦਾਂ ਅਸੀਂ ਲੋਕਾਂ ਨੂੰ ਇਨਕਰੇਜ ਕਰ ਸਕਦੇ ਹਾਂ, ਕਿੱਦਾਂ ਫੈਸਿਲੀਟੇਟ ਕਰ ਸਕਦੇ ਹਾਂ, ਅਸੀਂ ਆਪਣੇ ਵੱਲੋਂ ਕਿਸ ਤਰ੍ਹਾਂ ਉਸ ਚੀਜ਼ ਨੂੰ ਸਪੋਰਟ ਕਰੀਏ ਕਿ ਇਕਨੋਮਿਕ ਐਕਟੀਵਿਟੀ ਜ਼ਿਲ੍ਹੇ ਦੀ ਅੱਗੇ ਵਧੇ। ਅਤੇ ਉਹ ਲਾਅ ਐਂਡ ਆਰਡਰ ਹੈਗਾ ਸ਼ਹਿਰ ਦਾ, ਉਹਨੂੰ ਵੀ ਪੁਲਿਸ ਨਵੇਂ SSP ਸਾਹਿਬ ਨੇ ਜੁਆਇਨ ਕੀਤਾ, ਬਖੂਬੀ ਉਹਨਾਂ ਨੇ ਨੱਥ ਪਾ ਰਹੇ ਨੇ ਉਹਦੇ 'ਤੇ, ਅਤੇ ਲੋਕਾਂ ਨੂੰ ਇੱਕ feeling of confidence, I think that will be rebuilt, so that is also our motto. Mohali has a great potential। ਜਿਵੇਂ ਆਪਾਂ ਇਕਨੋਮਿਕ ਐਕਟੀਵਿਟੀ ਦੀ ਗੱਲ ਕਰ ਰਹੇ ਹਾਂ, ਇਕਨੋਮਿਕ ਐਕਟੀਵਿਟੀ ਦੇ ਨਾਲ ਐਮਪਲੋਇਮੈਂਟ ਦੇ ਨਾਲ ਰਿਲੇਟਿਡ ਬਹੁਤ ਐਮਪਲੋਇਮੈਂਟ ਜਨਰੇਸ਼ਨ ਪੋਟੈਂਸ਼ੀਅਲ ਵੀ ਹੈਗਾ ਸਿਟੀ ਦਾ ਵਿੱਚ। ਬਹੁਤ ਸਾਰੀ ਇੰਡਸਟਰੀ ਆ, IT ਪਾਰਕ ਨਵਾਂ ਏਰੀਆ ਆ ਰਿਹਾ, IT ਇੰਡਸਟਰੀ ਪਹਿਲਾਂ ਵੀ ਹੈਗੀ, ITES, ਅਤੇ ਉਹਦੇ ਕਰਕੇ ਨੋ ਡਾਊਟ ਮੋਹਾਲੀ ਵੱਲ ਬਾਹਰੋਂ ਝੁਕਾਅ ਵੀ ਬਹੁਤ ਹੈਗਾ, ਪੰਜਾਬ ਸਾਰੇ ਤੋਂ ਜਾਂ ਹਰਿਆਣਾ ਦੇ ਏਰੀਆਜ਼ ਤੋਂ ਇਸ ਏਰੀਏ ਵੱਲ ਝੁਕਾਅ ਹੈਗਾ। ਅਤੇ ਉਹਦੇ ਜਿਹੜੇ ਇੰਪਲੋਇਮੈਂਟ ਰਿਲੇਟਿਡ ਇਸ਼ੂਜ਼, ਉਹਦੇ ਵਿੱਚ ਇੰਪਲਾਈਜ਼ ਰਿਲੇਸ਼ਨਸ ਐਂਡ ਆਲ ਦੈਟ, ਉਹਨਾਂ ਇਸ਼ੂਜ਼ ਦੇ ਉੱਤੇ ਵੀ ਸਾਡਾ ਰਹੇਗਾ। ਅਤੇ ਇੰਪਲੋਇਮੈਂਟ ਜਿਹੜਾ ਸਾਡਾ ਸੈੱਲ ਹੈ, ਉਹ ਆਲਰੇਡੀ ਜਿਹੜੇ ਗਿਵਨ ਟਾਰਗੇਟਸ ਮੈਂ ਦੇਖ ਰਿਹਾ ਸੀ, ਉਹ ਪਿਛਲੇ ਸਾਲ ਵੀ ਉਹਨਾਂ ਨੇ ਜੋ ਗਿਵਨ ਟਾਰਗੇਟ ਉਹਦੇ ਤੋਂ ਉੱਤੇ ਹੀ ਅਚੀਵ ਕੀਤਾ ਜੋ ਇੰਪਲੋਇਮੈਂਟ ਦੇ ਹੈਗੇ। ਸੋ ਪਲੇਸਮੈਂਟਸ ਦੇ ਰਿਲੇਟਿਡ। ਸੋ ਨਾਓ ਅਗੇਨ ਦਿਸ ਈਅਰ ਓਵਰ ਮਾਰਕ ਵਿਲ ਬੀ ਦੈਟ ਅਸੀਂ ਉਹਨੂੰ ਸਬਸਟੈਂਸ਼ਲੀ ਉਸ ਚੀਜ਼ ਨੂੰ ਅੱਗੇ ਲੈ ਕੇ ਜਾਈਏ ਵੀ ਜੇ 40% 50% ਤੋਂ ਇਹ ਪੋਟੈਂਸ਼ੀਅਲ ਹੈ ਇਸ ਜ਼ਿਲ੍ਹੇ 'ਚ। ਸੋ ਦੈਟ ਵਿਲ ਬੀ ਓਵਰ ਟਾਰਗੇਟ ਕਿ ਇਕਨੋਮਿਕਲੀ ਜੋ ਵੀ ਜ਼ਿਲ੍ਹੇ ਦਾ ਪੋਟੈਂਸ਼ੀਅਲ ਬਣਦਾ ਹੈ, ਉਸ ਪੋਟੈਂਸ਼ੀਅਲ ਨੂੰ ਅਸੀਂ ਪੂਰਾ ਰਿਅਲਾਈਜ਼ ਕਰ ਸਕੀਏ। ਬਟ ਬਰੋਡਰ ਜਿਹੜੀ ਲੌਂਗ ਟਰਮ ਮੈਂ ਤੁਹਾਡੇ ਨਾਲ ਵਿਜ਼ਨ ਸ਼ੇਅਰ ਕੀਤਾ, ਜਿੰਨਾ ਕੁ ਮੈਂ 4-5 ਦਿਨ 'ਚ ਅਸੈਸ ਕੀਤਾ, ਲੋਕਾਂ ਨੂੰ ਮਿਲੇ, ਪ੍ਰੋਬਲਮਸ ਆਉਂਦੀਆਂ, ਕਾਫੀ ਲੋਕ ਆਉਂਦੇ ਹੁੰਦੇ ਨੇ, ਤਾਂ ਉਹਨਾਂ ਪ੍ਰੋਬਲਮਸ ਦੇ ਵਿੱਚੋਂ ਜਿਹੜੀਆਂ ਚੀਜ਼ਾਂ ਮੈਨੂੰ ਲੱਗੀਆਂ, ਉਹ ਮੈਂ ਉਹਦੇ 'ਚੋਂ ਜਿਹੜਾ ਪ੍ਰਾਇੋਰਟੀਜ਼ ਬਣਦੀਆਂ ਨੇ ਉਹ ਮੈਂ ਤੁਹਾਡੇ ਨਾਲ ਸ਼ੇਅਰ ਕੀਤੀਆਂ। ਬਾਕੀ ਜਿਹੜੇ ਤੁਹਾਡੇ ਵੱਲੋਂ ਫੀਡਬੈਕ ਜਾਂ ਤੁਹਾਡੇ ਕੋਈ ਹੋਣਗੇ ਸਵਾਲ ਜਵਾਬ, ਉਹਨਾਂ 'ਚੋਂ ਜਿਹੜੀਆਂ ਬਣਨਗੀਆਂ ਪ੍ਰਾਇੋਰਟੀਜ਼, ਉਹ ਵੀ ਐਡ ਕਰ ਲਈਆਂ ਜਾਣਗੀਆਂ ਲਿਸਟ ਦੇ ਵਿੱਚ। ਮੈਂ SDMs ਆਪਣੇ ਤਿੰਨੋਂ SDMs ਨੂੰ ਇਹ ਕਿਹਾ ਵੀ ਤੁਸੀਂ ਆਇਡੈਂਟੀਫਾਈ ਇਹ ਕਰੋ ਵੀ ਕਿੱਥੇ ਆਪਣਾ ਪੈਂਡੈਂਸੀ ਜ਼ਿਆਦਾ, ਕੋਈ ਮਿਊਟੇਸ਼ਨ ਹੋਣ ਵਾਲੇ ਆ ਕੰਮ ਕਿੱਥੇ ਜ਼ਿਆਦਾ ਪੈਂਡਿੰਗ ਹੈ। ਸੋ ਤਿੰਨੋਂ SDMs ਮੈਨੂੰ ਇੱਕ ਲੋਕੇਸ਼ਨ ਦੱਸ ਦੇਣਗੇ ਜਿੱਥੇ 2 ਜਾਂ 3 ਪਿੰਡ ਨਾਲ ਲੱਗਦੇ, ਉਹਨਾਂ ਦਾ ਅਸੀਂ ਕੰਮ ਕਰ ਸਕੀਏ ਜਿੱਥੇ ਮੈਕਸਿਮਮ ਪੈਂਡੈਂਸੀ ਹੈਗੀ ਹੈ, ਸੋ ਦੈਟ ਕਿ ਅਸੀਂ ਉਸ ਪਾਸੇ ਤੋਂ ਸ਼ੁਰੂ ਕਰ ਲਈਏ। ਸੋ ਅਸੀਂ ਕੋਸ਼ਿਸ਼ ਕਰਾਂਗੇ ਅਸੀਂ ਮਹੀਨੇ ਦੇ ਵਿੱਚ ਹਰ ਸਬ ਡਿਵੀਜ਼ਨ 'ਚ ਇੱਕ ਕੈਂਪ ਅਸੀਂ ਉਸ ਹਿਸਾਬ ਨਾਲ ਪਲਾਨ ਕਰਕੇ ਤਿੰਨੇ ਸਬ ਡਿਵੀਜ਼ਨਾਂ 'ਚ ਕਵਰ ਕਰਕੇ, ਸੋ ਪੈਂਡੈਂਸੀ ਜਿਵੇਂ ਮੈਂ ਪਹਿਲਾਂ ਕਿਹਾ, ਪੈਂਡੈਂਸੀ ਜਿਹੜੀ ਹੈਗੀ ਉਹਨੂੰ ਬਿਲਕੁਲ ਕਲੀਅਰ ਕਰਕੇ, ਸੋ ਜ਼ੀਰੋ ਸਲੇਟ ਤੋਂ ਕੰਮ ਕਰਨ ਦੀ ਕੋਸ਼ਿਸ਼ ਹੈ ਕਿ ਮਹੀਨੇ 2 ਮਹੀਨੇ 'ਚ ਅਸੀਂ ਬਿਲਕੁਲ ਉਹਦੇ ਨਿਲ 'ਤੇ ਆ ਜਾਈਏ। ਬਿਲਡਿੰਗ ਐਕਟੀਵਿਟੀ ਜਿਹੜਾ ਇਲੀਗਲ ਬਿਲਡਿੰਗ ਐਕਟੀਵਿਟੀਜ਼ ਹੈ, ਜਾਂ ਉਹਦੇ ਵਿੱਚ ਦੇਖੋ ਜਿਹੜਾ ਤਾਂ ਫਰਾਡ ਵਾਲਾ ਐਲੀਮੈਂਟ ਹੈ, ਉਹਦੇ 'ਚ ਤਾਂ ਕਾਨੂੰਨੀ ਕਾਰਵਾਈ ਜੋ ਵੀ ਬਣਦੀ ਉਹ ਤਾਂ ਕਾਨੂੰਨੀ ਕਾਰਵਾਈ ਹੋਏਗੀ। ਬਾਕੀ ਅਸੀਂ ਆਪਣੇ ਰੈਵਨਿਊ ਆਫਿਸਰਸ ਨਾਲ ਵੀ ਕੱਲ੍ਹ ਮੰਥਲੀ ਮੀਟਿੰਗ ਕੀਤੀ ਸੀ, ਉਹਦੇ 'ਚ ਵੀ ਉਹਨਾਂ ਨੂੰ ਹਦਾਇਤਾਂ ਕੀਤੀਆਂ ਕਿ ਦੇ ਹੈਵ ਟੂ ਬੀ ਵੈਰੀ ਕੌਸ਼ੀਅਸ ਐਂਡ ਕੇਅਰਫੁਲ। ਉਹਦੇ 'ਚ ਕੋਈ ਵੀ ਹਰ ਕੰਮ ਨੂੰ ਛਾਣ ਕੇ ਪੜਤਾਲ ਕਰਕੇ ਉਹ ਕਰਨਗੇ ਜੀ। ਅਤੇ ਅਦਰਵਾਈਜ਼ ਜੇ ਕੋਈ ਉਹਦੇ 'ਚ ਕਿਤੇ ਨਜ਼ਰ ਆਉਂਦੀ ਹੈ ਕਿ ਕਿਸੇ ਦਾ ਨਾਲ ਵਿੱਚ ਮਿਲੀ ਭੁਗਤ ਨਾਲ ਹੈ, ਤਾਂ ਫਿਰ ਪ੍ਰਾਈਵੇਸ ਦਾ ਉਹਦਾ ਅਸੀਂ ਕਰਾਂਗੇ, ਐਕਸ਼ਨ ਲਵਾਂਗੇ ਜੀ ਉਹਦੇ 'ਚ। ਜੇ ਕਿਸੇ ਨੇ ਸਿਸਟਮ ਨੂੰ ਫਰਾਡ ਕਰਨ ਦੀ ਕੋਸ਼ਿਸ਼ ਕੀਤੀ, ਪ੍ਰਾਈਵੇਟ ਬੰਦੇ ਨੇ, ਤੇ ਉਹ ਪ੍ਰਾਈਵੇਟ ਬੰਦੇ ਦੇ ਅਗੇਂਸਟ ਵੀ ਐਕਸ਼ਨ ਲਿਆ ਜਾਏਗਾ। ਇਹਦੇ 'ਚ ਕੋਈ ਕੰਪਰੋਮਾਈਜ਼ ਜਾਂ ਉਹਦੇ 'ਚ ਕੋਈ ਕਹਿ ਲਓ ਵੀ ਕੋਈ ਢਿੱਲ ਵਰਤਣ ਵਾਲੀ ਕੋਈ ਗੱਲ ਇਹਦੇ 'ਚ ਨਹੀਂ ਨਜ਼ਰ ਆਉਂਦੀ। ਦੂਸਰੀ ਗੱਲ ਇਲੀਗਲ ਜਿਹੜੀ ਕੰਸਟਰਕਸ਼ਨ, ਉਹ ਸੈਕਿੰਡ ਇਸ਼ੂ ਜਿਹੜਾ ਤੁਸੀਂ ਕਿਹਾ, ਉਹਦੇ 'ਤੇ ਅਸੀਂ ਆਪਣਾ ਪੂਰਾ ਪਲਾਨ ਨਕਸ਼ਾ ਅਸੀਂ ਬਣਾ ਰਹੇ ਹਾਂ। ਕਿਸ ਤਰ੍ਹਾਂ ਵਾਟਰ ਦਾ ਜਿਹੜੀਆਂ ਰੀਸੈਂਟ ਪਹਿਲਾਂ ਅਸੀਂ ਕੈਪਚਰ ਕਰ ਰਹੇ ਹਾਂ ਕਿ ਕਿਹੜੀਆਂ
ਲਿਸਟ ਬਣਾ ਕੇ ਕੜੀਆਂ ਹੁਣ ਇਮੀਡੀਏਟ ਜਿਹੜੀਆਂ ਪਹਿਲਾਂ ਪਿਛਲੇ 5-7 4 ਮਹੀਨੇ 'ਚ ਜਿਹੜੀ ਇਲੀਗਲ ਤੁਹਾਡੀ ਹੋਈ ਹੈ ਜਿਹੜੀ ਇਲੀਗਲ ਕੰਸਟਰਕਸ਼ਨਸ ਨੇ, ਸੋ ਪਹਿਲਾਂ ਉਹਦਾ ਅਸੀਂ ਮੈਪਿੰਗ ਪੂਰੀ ਕਰ ਰਹੇ ਹਾਂ। ਉਹਦੀ ਮੈਪਿੰਗ ਕਰਕੇ ਤੇ ਦੇਰ ਵਿਲ ਬੀ ਡੈਲਟ ਵਿਦ ਆਇਰਨ ਹੈਂਡ, ਵੈਰੀ ਸਟ੍ਰਿਕਟ ਹੈਂਡ। ਉਹ ਟਿਊਜ਼ਡੇ ਨੂੰ ਹੈਗੀ ਹੈ ਮੀਟਿੰਗ ਸਾਡੀ ਲਾਅ ਐਂਡ ਆਰਡਰ ਦੇ ਉੱਤੇ, ਤੇ ਤੁਹਾਡੇ ਜਿਹੜੇ ਪੁਆਇੰਟ ਆ ਆਲਰੇਡੀ ਵੀ ਮੇਰੇ ਮਾਈਂਡ 'ਚ ਹੈਗੇ ਆ, ਸੋ ਇਹਨੂੰ ਅਸੀਂ ਬੜਾ ਪ੍ਰਾਇੋਰਟੀ ਨਾਲ ਇਹਨੂੰ ਵਿਲ ਡਿਸਕਸ ਥੀਸ ਪੁਆਇੰਟਸ। ਆਲਦੋ ਰੀਸੈਂਟਲੀ ਆਈ ਥਿੰਕ cracking on the gangsters and that part, ਜਿਵੇਂ ਚੋਰੀ ਵਾਲਾ ਕੇਸ ਵੀ ਸੀ ਉਸ ਦਿਨ, ਕਾਰ ਵਾਲਾ 24 ਆਵਰ 'ਚ ਸੋਲਵ ਕੀਤਾ। ਸੋ ਆਈ ਥਿੰਕ ਉਹ ਮੁਸਤੈਦੀ ਤੇ ਉਹ ਜਿਹੜੀ ਕੁਇਕ ਜਿਹੜਾ ਉਹਨੂੰ ਐਡਰੈਸ ਜਿਵੇਂ ਹੈਗਾ ਪੂਰੀ ਪ੍ਰੋਮਪਟਨੈਸ ਨਾਲ ਪੁਲਿਸ ਆਲਰੇਡੀ ਕਰ ਰਹੀ ਹੈ, ਬਟ ਇਹਨੂੰ ਅਸੀਂ ਦੁਬਾਰਾ ਉਹਦੇ 'ਚ ਮੀਟਿੰਗ 'ਚ ਵੀ ਰਿਵਿਊ ਕਰਾਂਗੇ। ਵੈਰੀਫਿਕੇਸ਼ਨ ਤਾਂ ਆਲਰੇਡੀ ਆਈ ਥਿੰਕ ਉਹਦੀ ਜਿਹੜੀ ਪੁਲਿਸ ਵੱਲੋਂ ਹਦਾਇਤਾਂ ਹੈਗੀਆਂ, ਵੈਰੀਫਿਕੇਸ਼ਨ ਟੈਨੈਂਟ ਕੋਈ ਵੀ ਬਿਨਾਂ ਵੈਰੀਫਿਕੇਸ਼ਨ ਤੋਂ ਨਹੀਂ ਰੱਖਣਾ ਚਾਹੀਦਾ, ਆਰਡਰ ਵੀ ਕੀਤਾ ਹੈ। ਤੇ ਉਸ ਨੂੰ ਵੀ ਰਿਵਿਊ ਅਸੀਂ ਜਦੋਂ ਲਾਅ ਐਂਡ ਆਰਡਰ ਉਸ ਦਿਨ ਕਰ ਲਾਂਗੇ ਰਿਵਿਊ, ਤੇ ਹਾਊ ਟੂ ਹੋਲਡ ਪੀਪਲ ਅਕਾਊਂਟੇਬਲ ਵੀ ਤੁਸੀਂ ਆਪਣੀ ਜਿਹੜੀ ਜ਼ਿੰਮੇਵਾਰੀ ਹੈ। ਸੋ ਆਈ ਵਿਲ ਰਿਕੁਐਸਟ ਪੀਪਲ ਆਲਸੋ ਐਂਡ ਅਪੀਲ ਟੂ ਦ ਪੀਪਲ ਕਿ ਆਪਣੀ ਇਸ ਸ਼ਹਿਰ ਦੀ ਸੁਰੱਖਿਆ, ਆਪਣੀ ਸੁਰੱਖਿਆ ਤੇ ਆਪਣੇ ਆਂਢ ਗੁਆਂਢੀਆਂ ਦੀ ਸੁਰੱਖਿਆ ਸਾਰਿਆਂ ਨੂੰ ਧਿਆਨ 'ਚ ਰੱਖਦੇ ਹੋਏ ਆਪਣੀ ਜਿਹੜੀ ਜ਼ਿੰਮੇਵਾਰੀ ਹੈ ਕਿ ਵੈਰੀਫਿਕੇਸ਼ਨ ਕਰਾਉਣੀ ਹੈ, ਤਾਂ ਉਹਨੂੰ ਵੀ ਲੋਕ ਆਪਣਾ ਜ਼ਿੰਮੇਵਾਰੀ ਸਮਝਦੇ ਹੋਏ ਪੂਰਾ ਕਰੀ। ਮੈਂ ਪਹਿਲੇ ਹੀ ਕਿਹਾ ਕਿ ਐਜ਼ ਅ ਟੀਮ we are to take it, make this city safe, sound and ਇਹਦੇ ਪ੍ਰੋਗਰੈਸ ਦੀ ਰਾਹ 'ਤੇ ਇਹਨੂੰ ਲੈ ਕੇ ਚੱਲਾਂਗੇ। ਵੈਪਨ ਲਗਭਗ ਮੈਂ ਚੈੱਕ ਕਰ ਰਿਹਾ ਸੀ ਡਾਟਾ, ਤਾਂ ਅਬਾਊਟ 25-30 ਪਰ ਮੰਥ ਦੀ ਐਵਰੇਜ ਹੈਗੀ ਹੈ ਇਸ਼ੂ ਦੀ, ਬਟ ਉਹਦੀ ਰਿਕੁਆਇਰਮੈਂਟ ਤੇ ਜਿਹੜੀ ਉਹਦੀ ਉਹਦਾ ਪ੍ਰੋਸੈਸ ਹੈਗਾ, ਪ੍ਰੋਸੀਜਰ ਹੈਗਾ, ਉਹ ਤਾਂ ਪੂਰਾ ਫੋਲੋ ਹੁੰਦਾ। ਪੁਲਿਸ ਵੈਰੀਫਿਕੇਸ਼ਨ ਵੀ ਪਹਿਲਾਂ ਕਰਾਉਂਦੇ ਆ। ਰਿਕੁਆਇਰਮੈਂਟ ਦੇ ਪੱਖੋਂ ਉਹਦੀ ਅਸੈਸਮੈਂਟ ਅਤੇ ਉਹਦੇ ਵਿੱਚ ਜਿਹੜੀਆਂ ਕੋਈ ਗਾਈਡਲਾਈਨਸ ਨੂੰ ਜੇ ਹੋਰ ਪੁਖਤਾ ਕਰਨ ਦੀ ਲੋੜ ਆ, ਅਸੀਂ ਪੁਲਿਸ ਨਾਲ ਮਿਲ ਕੇ ਜੁਆਇੰਟ ਗਾਈਡਲਾਈਨ ਕੋਈ ਰਿਕੁਆਇਰਮੈਂਟ ਦੇ ਐਂਗਲ ਤੋਂ ਵੀ ਰਿਕੁਆਇਰਮੈਂਟ ਨੂੰ ਕਿੱਦਾਂ ਕੈਪਚਰ ਕਰਨਾ, ਵੀ ਵੈਪਨ ਦੀ ਕੀ ਰਿਕੁਆਇਰਮੈਂਟ ਉਸ ਨੂੰ ਜੇ ਟਾਈਟ ਅਸੀਂ ਕਰ ਸਕੀਏ ਤਾਂ ਵੀ ਵਿਲ ਰਿਵਿਊ ਹੁੰਦਾ ਹੈ। ਇਟਸ ਅ ਗੁੱਡ ਸੁਜੈਸ਼ਨ ਐਂਡ ਰਿਵਿਊ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਕਿ ਜਿਹੜੇ ਇਸ਼ੂਡ ਹੈ ਉਹਨਾਂ ਦੇ ਵਿੱਚ ਰਿਵਿਊ ਰੀਅਸੈਸ ਕਰ ਲਿਆ ਜਾਵੇ ਕਿ ਰਿਕੁਆਇਰਮੈਂਟ ਹੈ ਜਾਂ ਨਹੀਂ ਹੈ। ਇਹ ਪੁਆਇੰਟ ਪਹਿਲਾਂ ਜਿਹੜੇ ਮੇਰੀ ਬਰੀਫਿੰਗ 'ਚ ਮਿਸ ਹੋ ਗਿਆ, ਪਰ ਇਹ ਪੁਆਇੰਟ ਹਾਈ ਹੈਗਾ ਜੀ ਪ੍ਰਾਇੋਰਟੀ 'ਤੇ, ਬਿਕੋਜ਼ ਇਸ ਪੁਆਇੰਟ ਦੇ ਉੱਤੇ ਆਲਰੇਡੀ ਇਨ ਲਾਸਟ 4-5 ਡੇਜ਼ ਹੀ ਮੇਰੇ ਕੋਲ 2-3 ਕੰਪਲੇਂਟਸ ਆ ਚੁੱਕੀਆਂ ਨੇ। ਤੇ ਇਹ ਇਮੀਗ੍ਰੇਸ਼ਨ ਇਜ਼ ਅ ਬਿਗ ਬਿਜ਼ਨਸ ਐਂਡ ਮੋਹਾਲੀ ਬੀਇੰਗ ਦਾ ਇਕਨੋਮਿਕ ਹਬ, ਇੱਥੇ ਇਮੀਗ੍ਰੇਸ਼ਨ ਦੇ ਸਭ ਤੋਂ ਜ਼ਿਆਦਾ ਏਜੰਸੀਆਂ ਆਈ ਥਿੰਕ ਪੰਜਾਬ 'ਚ ਕਿਸੇ ਸ਼ਹਿਰ 'ਚ ਸ਼ਾਇਦ ਹੀ ਹੋਣ, ਜਲੰਧਰ 'ਚ ਜਾਂ ਕਿਤੇ, ਤੇ ਜਿੰਨੀਆਂ ਇੱਥੇ ਮੋਹਾਲੀ 'ਚ ਹੈਗੀਆਂ। ਸੋ ਇਹ ਇਮੀਗ੍ਰੇਸ਼ਨ ਨੂੰ ਏਜੰਸੀਜ਼ ਦਾ ਕੰਮ ਨੂੰ ਰੈਗੂਲੇਸ਼ਨ ਬਾਰੇ ਸੈਪਰੇਟਲੀ ਅਸੀਂ ਜ਼ਰੂਰ ਇਹਦੇ 'ਤੇ ਰੂਪਰੇਖਾ ਤਿਆਰ ਕਰਾਂਗੇ। ਤੁਹਾਡਾ ਪੁਆਇੰਟ ਲਿਆ, ਅਸੀਂ ਸੁਜੈਸ਼ਨ ਇਹਦੇ ਵਿੱਚ ਇਨਕਲੂਡ ਕੀਤਾ ਹੋਇਆ। ਸਰ ਇਹਦੇ 'ਚ ਇੱਕ ਗੱਲ ਹੋਰ ਇਹਦੇ 'ਚ ਸਾਹਮਣੇ ਆਈ ਹੈ ਸਾਡੇ, ਤੇ ਉਹ ਆਪਣੇ ਡੀਸੀ ਦਫ਼ਤਰ ਦੇ ਕਿਸੇ ਅਫਸਰ ਨੇ ਜਦੋਂ ਕਿਸੇ ਕੰਪਨੀ ਨੂੰ ਲਾਇਸੈਂਸ ਦੇਣਾ ਸੀਗਾ, ਤੇ ਇੱਕ ਨੋਵਾ ਜਿਹੜੀ ਹੈਗੀ ਆ ਉਹਦੀ ਮਦਰ ਦੇ ਨਾਂ 'ਤੇ ਜਾਂ ਕਿਸੇ ਮੈਂਬਰ ਦੇ ਨਾਂ 'ਤੇ ਜਿਹੜੀ ਹੈਗੀ ਹੁਣ ਪਿੱਛੇ ਜਿਹੇ ਦੀ ਗੱਲ ਹੈਗੀ, ਤੁਹਾਡੇ ਆਉਣ ਤੋਂ ਪਹਿਲਾਂ ਦੀ ਗੱਲ ਹੈ ਕਿ ਉਹਦੇ ਨਾਂ 'ਤੇ ਆਈ ਹੈ ਨਵੀਂ ਨੋਵਾ। ਤੁਸੀਂ ਇਹਨੂੰ ਚੈੱਕ ਕਰ ਸਕਦੇ ਹੋ ਵੀ ਕਿਹੜਾ ਇਹਦੇ ਨਾਲ ਰਿਲੇਟਡ ਹੈਗਾ, ਵੀ ਜਦੋਂ ਉਹਨੂੰ ਲਾਇਸੈਂਸ ਦੇਖੋ ਆਪਣੇ ਆਈ ਐਮ ਨਾਟ ਸ਼ੋਰ ਸਾਡੇ ਆਫਿਸ 'ਚ ਕੋਈ ਇਦਾਂ ਦੀ ਆਈ ਹੈ ਇਨਫੋਰਮੇਸ਼ਨ ਜਾਂ ਕੁਝ, ਤੁਸੀਂ ਸਾਨੂੰ ਇਨਫੋਰਮੇਸ਼ਨ ਦੱਸ ਸਕਦੇ, ਸਾਨੂੰ ਦਿਓ ਇਸ ਤਰ੍ਹਾਂ। ਪੁਆਇੰਟ ਨੋਟ ਕਰ ਲਿਆ ਜੀ। ਪਲੱਸ ਤੁਹਾਡੇ ਪੁਆਇੰਟ ਤੋਂ ਹੀ ਮੈਨੂੰ ਥੋੜਾ ਜਿਹਾ ਇੱਕ ਹੋਰ ਪ੍ਰਾਇੋਰਟੀ ਏਰੀਆ ਜਿਹੜਾ ਸਿਟੀ ਬੱਸ ਸਰਵਿਸ ਦਾ ਵੀ ਹੈਗਾ ਲੋਕਾਂ ਦਾ, ਕਿ ਸਿਟੀ ਬੱਸ ਸਰਵਿਸ ਹੋਣੀ ਚਾਹੀਦੀ ਹੈ। ਏਰੀਆ ਬਹੁਤ ਦੂਰ ਦੂਰ ਤੱਕ ਮੁਹਾਲੀ ਦਾ ਫੈਲ ਗਿਆ, ਜਿਹੜਾ CTU ਦੇ ਰੂਟ ਪੁਰਾਣੇ ਹੀ ਨੇ। ਸੋ CTU ਆਈ ਹੈਂਡਲ ਫॉर 4 years ਤੇ ਤੁਹਾਡੇ ਟਾਈਮ ਤੇ ਸਜੈਸ਼ਨ ਵੀ ਆਈ ਸੀ ਕਿ CTU ਦੇ ਰੂਟ ਇਨਕਰੀਜ਼ ਕੀਤੇ ਜਾਣ, ਤੋ ਸਮਹਾਉ ਇਟ ਕੁਡ ਨਾਟ ਮਟੀਰੀਅਲਾਈਜ਼। ਉਹਦੇ 'ਚ ਦੇਖੋ ਅਦਰ ਸਟੇਕ ਹੋਲਡਰਸ ਦੇ ਨਾਲ MC ਤੇ ਗਮਾਡਾ ਦੇ ਨਾਲ ਮਿਲ ਕੇ ਅਸੀਂ ਇਹਦੇ ਉੱਤੇ ਰੂਪਰੇਖਾ ਜ਼ਰੂਰ ਤਿਆਰ ਕਰਾਂਗੇ, ਇਹਦਾ ਨਕਸ਼ਾ ਜ਼ਰੂਰ ਤਿਆਰ ਕਰਾਂਗੇ ਕਿ ਸਿਟੀ ਬੱਸ ਸਰਵਿਸ ਇੰਪਰੂਵ ਕੀਜੇ ਤੇ ਬੱਸ ਅੱਡੇ ਦਾ ਯੂਜ਼ੇਜ ਕਿੱਦਾਂ ਉਹਨੂੰ ਅਸੀਂ ਉਹਦੇ 'ਚ ਐਂਬਿਟ 'ਚ ਲੈ ਕੇ ਆਉਣਾ।